ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਕਬੀਰ ਜੀ ਕੇ ਸ਼ਲੋਕ 24ਵਾਂ। ਕਬੀਰ ਤਾਂ ਸਿਉ ਪ੍ਰੀਤ ਕਰ ਜਾ ਕੋ ਠਾਕਰ ਰਾਮ, ਪੰਡਤ ਰਾਜੇ ਭੂਪਤੀ ਆਵੇ ਕੋਨੇ ਕਾਮ। ਕਬੀਰ ਤਾਂ ਸਿਉ ਪ੍ਰੀਤ ਕਰ ਜਾ ਕੋ ਠਾਕਰ ਰਾਮ, ਪੰਡਤ ਰਾਜੇ ਭੂਪਤੀ ਆਵੇ ਕੌਣੇ ਕਾਮ। ਭਗਤ ਜੀ ਨਿਰਾਕਾਰ ਦੁਨੀਆ ਜਿੱਥੋਂ ਆਤਮਾ ਆਪਣੇ ਮੂਲ ਨੂੰ ਟੁੱਟ ਕੇ ਆਈ ਹੈ, ਹੁਣ ਇਹਨੇ ਵਾਪਸ ਜਾਣਾ ਵਾ। ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਜਿਹੜੇ ਗੁਰਸਿੱਖ ਸੰਗਤ ਕੋਈ ਵੀ ਚੌਂ ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸਕੀ ਗਤ ਹੋਏ, ਗਤੀ ਹੋਏ ਐ ਕਹਿ ਲਓ, ਉਹਦੀ ਗਤੀ ਹੋ ਜਾਂਦੀ ਹੈ ਭਾਈ। ਕੋਈ ਵੀ ਜਪ ਸਕਦਾ ਹੈ ਇਹਨੂੰ, ਚੌਂ ਵਰਨਾ ਕੋ ਉਪਦੇਸ਼ ਸਾਂਝਾ। ਭਗਤ ਜੀ ਉਹੀ ਸਮਝਾ ਰਹੇ ਨੇ, ਪਰ ਅਸੀਂ ਸੰਸਾਰ 'ਚ ਆ ਕੇ ਇੰਨਾ ਸੰਸਾਰ ਨਾਲ ਪ੍ਰੇਮ ਪਾ ਲੈਂਦੇ ਹਾਂ, ਅਸੀਂ ਭੁੱਲੇ ਜਾਂਦੇ ਹਾਂ ਜਾਣਾ। ਸਤਿਗੁਰਾਂ ਦੇ ਵਚਨ ਲੈ ਲੈਂਦੇ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਣਾ ਚੀਤ ਨਾ ਆਵੇ। ਇਹ ਭੁੱਲ ਹੀ ਗਿਆ ਸੰਸਾਰ 'ਚ ਆ ਕੇ, ਮੁਕਤੀ ਲੈਣ ਆਇਆ ਸੀਗਾ। ਹੁਣ ਇਹਨੂੰ ਕਿਵੇਂ ਸਮਝ ਆਵੇ, ਕਿਵੇਂ ਪੁਕਾਰ ਕਰੇ ਕਿ ਬਬੀਹਾ ਮਨ ਆਇਆ ਤਾਂ ਅੰਮ੍ਰਿਤ ਦੀ ਪ੍ਰਾਪਤੀ ਖਾਤਰ ਸੀਗਾ, ਪਰ ਮਾਇਆ ਦੀ ਇੱਛਾ ਕਰ ਕਰਕੇ ਇਹਨੇ ਇੰਨੇ ਕੰਡੇ ਬੀਜ ਲਏ, ਉਹ ਫਿਰ ਇਹਦੇ ਚੁੱਭਦੇ ਨੇ, ਫਿਰ ਇਹਨੂੰ ਦੁੱਖ ਲੱਗਦਾ ਵਾ। ਬਾਬਾ ਫਰੀਦ ਜੀ ਸਮਝਾਉਂਦੇ ਨੇ, ਫਰੀਦਾ ਲੋੜੇ ਦਾਖ ਵਿਜੋਰੀਆਂ, ਕਿੱਕਰ ਬੀਜੇ ਜੱਟ ਹੰਡੇ ਉਨਕ ਤਾਇਂਦਾ, ਪੈਂਦਾ ਲੋੜੇ ਪੱਟ। ਬਾਬਾ ਫਰੀਦ ਜੀ ਸਮਝਾ ਰਹੇ ਨੇ, ਹੇ ਮਨਾ, ਬਜੌਰ ਦੇ ਮਿੱਠੇ ਪਦਾਰਥ ਭਾਲਦਾ ਕੰਡੇ ਬੀਜ ਕੇ, ਭਾਵ ਸੰਸਾਰੀ ਜਿਹੜੇ ਸਾਨੂੰ ਸਮਝਾਏ ਗਏ ਨੇ ਉਹ ਸਾਨੂੰ ਸਮਝਣ ਖਾਤਰ ਨੇ, ਨਿਰਾਕਾਰ ਦੁਨੀਆ ਖਾਤਰ, ਜਿੱਥੋਂ ਅਸੀਂ ਟੁੱਟ ਕੇ ਆਏ ਆਪਦੇ ਮੂਲ ਨੂੰ। ਹਰ ਵਿਸਰਤ ਸਦਾ ਖੁਆਰੀ, ਸਾਡੀ ਖੁਆਰੀ ਹੈ। ਹਰ ਵਿਸਰਤ ਤੇਰੇ ਗੁਣ ਗਲਿਆ, ਕੋਈ ਗੁਣ ਨਹੀਂ ਸਾਡੇ 'ਚ ਰਿਹਾ। ਨਿਰਭਉ ਨਹੀਂ ਰਹੇ ਅਸੀਂ, ਭੈ 'ਚ ਰਹਿੰਦੇ ਹਾਂ ਹਮੇਸ਼ਾ ਹੀ। ਨਿਰਵੈਰ ਨਹੀਂ ਰਹੇ ਅਸੀਂ, ਹਰ ਇੱਕ ਨਾਲ ਸਾਡਾ ਵੈਰ ਵਿਰੋਧ ਰਹਿੰਦਾ। ਸਵਾਰਥ ਕਰਕੇ ਜ਼ਰੂਰ ਅਸੀਂ ਇੱਕ ਦੂਜੇ ਦੇ ਹੋ ਜਾਂਦੇ। ਕਾਲ ਸਾਡੇ ਸਿਰ 'ਤੇ ਰਹਿੰਦਾ ਹੈ। ਇਹ ਜੂਨੀਆਂ ਸਰੀਰ ਦੇ ਵਿੱਚ ਅਸੀਂ ਆ ਗਏ। ਇਹ ਚਾਰੇ ਗੁਣ ਜੀਵਾਤਮਾ ਲੈਣ ਆਈ ਸੀਗੀ, ਪਰ ਗੁਰੂ ਭਗਤਾਂ ਦੇ ਦਰਸਾਏ ਰਾਹ ਤੋਂ ਬਿਨਾਂ ਇਹ ਸਾਨੂੰ ਕਿਵੇਂ ਪ੍ਰਾਪਤ ਹੋਣਗੇ? ਅਸੀਂ ਤਾਂ ਬਾਣੀ ਸੁਣਦੇ ਹੀ ਨਹੀਂ ਹੈਗੇ। ਅਸੀਂ ਗੁਰੂ ਉਪਦੇਸ਼ ਦੀ ਕਮਾਈ ਕਰਨੀ ਸੀ, ਅਸੀਂ ਤਾਂ ਗੁਰੂ ਨੂੰ ਹੁਕਮ ਕਰਨ ਲੱਗ ਗਏ। ਗੁਰੂ ਘਰਾਂ 'ਚ ਜਾ ਕੇ ਵੀ ਜਿੱਥੇ ਵੀ ਗੁਰੂ ਉਪਦੇਸ਼ ਬਾਣੀ ਦੀ ਵਿਚਾਰ ਹੋ ਰਹੀ ਹੈ, ਉਹ ਤੋਂ ਸਿੱਖ ਉਹੀ ਹੈ ਜਿਹੜਾ ਗੁਰੂ ਉਪਦੇਸ਼ ਕਰਨੀ ਧਿਆਨ ਰੱਖਦਾ ਹੈ। ਜੇ ਆਪਾਂ ਸੰਸਾਰੀ ਭਾਵ ਲਈਏ, ਬੱਚਾ ਵੀ ਉਹੀ ਹੈ ਜਿਹੜਾ ਸਕੂਲ ਪੜ੍ਹਨ ਗਿਆ, ਟੀਚਰ ਕਰਨੀ ਧਿਆਨ ਰੱਖਦਾ ਹੈ, ਜੋ ਲੈਸਨ ਦਿੰਦਾ ਉਹ 'ਤੇ ਆਪਦੇ ਉਹਦੀ ਕਮਾਈ ਕਰਦਾ ਹੈ ਤਾਂ ਉਹਨੂੰ ਪ੍ਰਾਪਤੀ ਹੁੰਦੀ ਹੈ। ਬੱਚਾ LKG ਤੋਂ ਦੇਖੋ ਪੜ੍ਹ ਕੇ ਕਿੱਥੇ ਡਿਗਰੀਆਂ ਤੱਕ ਪਹੁੰਚ ਜਾਂਦਾ, ਬੜੇ ਬੜੇ ਪਦ ਦੀ ਪ੍ਰਾਪਤੀਆਂ ਕਰ ਲੈਂਦੇ ਆ ਬੱਚੇ। ਉਹੀ ਬੱਚੇ ਕਿੱਡੀਆਂ ਅਹੁਦਿਆਂ 'ਤੇ ਪਹੁੰਚ ਜਾਂਦੇ ਨੇ। ਇਹ ਵੀ ਐਵੇਂ ਹੀ ਹੈ। ਇੱਥੋਂ ਆਪਣਾ ਸੰਸਾਰ ਦਾ ਛੁਟਕਾਰਾ ਹੋਣਾ ਹੈ। ਇਹਨੂੰ ਸੁਣ ਕੇ, ਵਿਚਾਰ ਕੇ, ਸਮਝ ਕੇ ਅਸੀਂ ਇੱਛਾ ਤੋਂ ਮੁਕਤ ਹੋ ਕੇ ਆਪਦਾ ਫਿਰ ਭਗਤੀ ਕਰਨੀ ਹੈ ਨਾਮ ਦੀ ਦੇਵਲੋਕ 'ਚ। ਉਦੋਂ ਬਾਅਦ ਸਾਨੂੰ ਨਾਮ ਦੀ ਪ੍ਰਾਪਤੀ ਹੋਣੀ, ਅਸੀਂ ਆਪਦੇ ਘਰ ਪਹੁੰਚਣਾ। ਪਰ ਉਦੋਂ ਪਹਿਲਾਂ ਸਰੀਰ ਛੱਡਣ ਤੋਂ ਜੇ ਨਾ ਹੋਇਆ ਤਾਂ ਸਾਨੂੰ ਕਾਲ ਨੇ ਫੇਰ ਲੈ ਜਾਣਾ। ਉਹੀ ਬਾਬਾ ਫਰੀਦ ਜੀ ਸਮਝਾ ਰਹੇ ਨੇ, ਮਨਾ ਕਲਪਨਾ ਬੀਜੀ ਜਾਂਦਾ, ਕੰਡੇ ਬੀਜੀ ਜਾਂਦਾ ਮਾਇਆ ਦੇ। ਇਹ ਮਾਇਆ ਕਿਹੜਾ ਤੇਰੀ ਇੱਛਾ ਕਰਨ ਆ ਜਾਂਦੀ ਹੈ। ਬਹੁਤ ਐਸੇ ਕੰਮ ਨੇ ਭਾਈ ਜਿਹੜੇ ਸਾਡੇ ਸੋਚਿਆ ਵੀ ਨਹੀਂ ਹੁੰਦਾ ਉਹ ਹੋ ਜਾਂਦੇ ਨੇ। ਫਿਰ ਉਹ ਕਿਵੇਂ ਹੋ ਜਾਂਦੇ ਨੇ? ਬਸ ਉਹੀ ਸਮਝਣਾ ਸੀ ਅਸੀਂ, ਪਰ ਸਾਡੀ ਇੰਨੀ ਬੁੱਧ ਵੱਲ ਨਹੀਂ ਹੈਗੀ ਨਾ ਵੀ ਇਹਨੂੰ ਸਮਝ ਲਾਂਗੇ ਸੰਸਾਰ ਨੂੰ। ਅਸੀਂ ਤਾਂ ਫਸਣਾ ਤਾਂ ਜਾਣਦੇ ਹਾਂ, ਸਤਿਗੁਰਾਂ ਦੇ ਵਚਨ ਲੈ ਲੈਣੇ। ਵਾਸਨ ਕੀ ਵਿਦ ਸਭ ਕੋ ਜਾਣੇ, ਛੂਟਨ ਕੀ ਇੱਕ ਕੋਈ। ਇੱਕ ਕੀ ਹੈ ਗੁਰਮਤਿ, ਇਹੀ ਤਾਂ ਛਡਾਉਂਦੀ ਹੈ ਸਾਨੂੰ।
ਸਾਡੀਆਂ ਜਿੰਨੀਆਂ ਮੱਤਾਂ ਅਸੀਂ ਹੁਣ ਤੱਕ ਪਿੱਛੇ ਧਰਮ ਕਰਮ ਕਰਕੇ ਆਏ ਹਾਂ ਉਹ ਤਾਂ ਸਾਰੇ ਫਾਸਨ ਦੀ ਵਿਧੀ ਹੈ। ਉਹਨੂੰ ਕੀ ਵਿਚਾਰਨਾ ਆਪਾਂ ਵੀ ਖੂਹ 'ਚ ਕਿਵੇਂ ਡਿੱਗਿਆ, ਹੁਣ ਆਪਾਂ ਕਿਵੇਂ ਨਿਕਲੀਏ ਇੱਥੋਂ, ਕਿਵੇਂ ਕਾਲ ਤੋਂ ਸਾਡਾ ਛੁਟਕਾਰਾ ਹੋਵੇ। ਗੁਣ ਸਾਡੇ 'ਚ ਕੋਈ ਨਹੀਂ, ਭਗਤ ਅਸੀਂ ਫਿਰ ਵੀ ਹੈਗੇ ਹਾਂ। ਸੰਸਾਰ ਸਾਨੂੰ ਮੰਨਿਆ ਜਾਊਗਾ, ਸੰਸਾਰ ਸਾਡਾ ਇੱਜ਼ਤ ਕਰੂਗਾ, ਪਰ ਕਾਲ ਨੇ ਨਹੀਂ ਕਰਨੀ ਹੈ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈ ਲੈਂਦੇ ਹਾਂ, ਰਾਜਾ ਪਰਜਾ ਸ਼ੰਕਰ ਮਾਰੇ ਐਸੋ ਕਾਲ ਵਡਾਨੀ ਰੇ। ਕਾਲ ਤਾਂ ਭਾਈ ਚਪੇੜ ਫਿਰ ਬਰਾਬਰ ਹੀ ਮਾਰਦਾ, ਫਿਰ ਕਿਵੇਂ ਕਰਾਂਗੇ, ਫਿਰ ਉੱਥੇ ਕਿਹਨੂੰ ਕਹਾਂਗੇ, ਕਿਹਦੇ ਅੱਗੇ ਪੁਕਾਰਾਂਗੇ। ਬਾਬਾ ਫਰੀਦ ਜੀ ਦਾ ਸਲੋਕ ਫਿਰ ਲੈ ਲੈਂਦੇ ਹਾਂ ਆਪਾਂ, ਦੇਖ ਫਰੀਦਾ ਜੋ ਥੀਆ ਸ਼ੱਕਰ ਹੋਈ ਵਿਸ, ਸਾਈਂ ਬਾਝੋਂ ਆਪਣੇ ਵੇਦਨ ਕਹੀਏ ਕਿਸ। ਕਿਹਨੂੰ ਕਹੋਗੇ ਭਾਈ? ਫਿਰ ਜਿਹੜੇ ਸੰਸਾਰੀ ਰਿਸ਼ਤੇ ਸਾਨੂੰ ਮਿੱਠੇ ਲੱਗਦੇ ਨੇ, ਫਿਰ ਤਾਂ ਜ਼ਹਿਰ ਬਣ ਜਾਣੇ ਨੇ ਜਾਣ ਵੇਲੇ। ਉਹੀ ਤਾਂ ਭਗਤ ਜੀ ਸਮਝਾ ਰਹੇ ਨੇ, ਕਬੀਰ ਤਾਂ ਸਿਓ ਪ੍ਰੀਤ ਕਰ ਜਾ ਕੋ ਠਾਕਰ ਰਾਮ। ਇਹ ਗੁਰੂ ਭਗਤਾਂ ਦੇ ਦਸਾਏ ਰਾਹ 'ਤੇ ਅਸੀਂ ਚੱਲਣਾ। ਇਹ ਸਾਰੇ ਜਿਹੜੇ ਸਾਨੂੰ ਕੀ ਸਮਝਾਉਂਦੇ ਨੇ, ਜਿੰਨੇ ਵੀ ਉਪਦੇਸ਼ ਨੇ ਬਾਣੀ ਵਿੱਚ, ਇਹੀ ਸਮਝਾਉਂਦੇ ਨੇ ਸਾਨੂੰ ਵੀ ਉਹਦੇ ਨਾਲ ਪ੍ਰੀਤ ਕਰ ਪਾਈ। ਪਰ ਅਸੀਂ ਤਾਂ ਕਾਲ ਨਾਲ ਪ੍ਰੀਤੀ ਪਾਈ ਬੈਠੇ ਹਾਂ। ਜਨੂੰ ਸਮਾਂ ਨਿਕਲ ਜਾਂਦਾ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆ। ਕਹਿੰਦੇ ਭਾਈ ਫਿਰ ਕਿਹਨੂੰ ਦੱਸੋਗੇ ਅੱਗੇ ਜਾ ਕੇ? ਸਤਿਗੁਰਾਂ ਦੇ ਬਚਨ ਲੈ ਲੈਂਦੇ ਆਪਾਂ, ਇੱਕ ਹਰ ਕੇ ਨਾਮ ਬਿਨ ਅੱਗੇ ਲਈਏ ਖੂ। ਗਾਂ ਦੀ ਗੱਲ ਕਰਦੀ ਹੈ ਬਾਣੀ, ਸਾਨੂੰ ਦੀਂਦਾ ਹੀ ਨਹੀਂ ਹੈਗਾ, ਸਾਡੇ ਕੋਲ ਦਿਵ ਦ੍ਰਿਸ਼ਟੀ ਨਹੀਂ ਨਾ ਹੈਗੀ। ਆਪਾਂ ਪਿੱਛੇ ਵੀ ਵਿਚਾਰ ਕੀਤੀ ਹੈ, ਅੱਖਾਂ ਨਾਲ ਤਾਂ ਸਾਰੇ ਦੇਖ ਲੈਂਦੇ ਆ, ਅੱਖਾਂ ਨਾਲ ਦਰਸ਼ਨ ਨਹੀਂ ਹੈਗਾ ਭਾਈ। ਇਹ ਨਾ ਸੰਤ ਦਾ, ਨਾ ਸਾਧ ਦਾ, ਨਾ ਜੋ ਵੀ ਗੁਰਬਾਣੀ 'ਚ ਲਿਖਿਆ, ਤਾਂ ਗਾਂ ਦੀ ਗੱਲ ਹੈ, ਤਾਂ ਬੁੱਧੀ ਨੂੰ ਦਰਸ਼ਨ ਹੋਣਾ। ਜੇ ਅੱਖਾਂ ਨਾਲ ਦਰਸ਼ਨ ਹੁੰਦਾ ਤਾਂ ਭਗਤ ਪ੍ਰਹਲਾਦ ਜੀ ਦੇ ਪਿਤਾ ਨੂੰ ਨਹੀਂ ਪਤਾ ਸੀ ਮੇਰਾ ਪੁੱਤ ਸੰਤ ਹੈ, ਰਾਜੇ ਨੂੰ ਨਹੀਂ ਪਤਾ ਸੀ ਕਬੀਰ ਨੇ ਜਦੋਂ ਇੰਨਾ ਕਲੇਸ਼ ਕੀਤਾ ਉਹਨੇ ਵੀ ਇਹ ਸੰਤ ਹੈ, ਨਹੀਂ ਪਤਾ ਲੱਗਦਾ ਹੈਗਾ ਸਾਨੂੰ। ਇਹ ਦਿਵ ਦ੍ਰਿਸ਼ਟੀ ਨਾਲ ਸਾਨੂੰ, ਉਹੀ ਤਾਂ ਬਾਣੀ ਸਾਨੂੰ ਦਿਵ ਦ੍ਰਿਸ਼ਟੀ ਦੇ ਰਹੀ ਹੈ। ਪਰ ਅਸੀਂ ਸੁਣਾਂਗੇ ਫੇਰ ਹੀ ਸਾਨੂੰ ਪ੍ਰਾਪਤੀ ਹੋਊ। ਅਸੀਂ ਤਾਂ ਗੁਰੂ ਨੂੰ ਸੁਣਾਉਣ ਲੱਗ ਗਏ। ਬਾਬਾ ਫਰੀਦ ਜੀ ਸਮਝਾ ਰਹੇ ਨੇ, ਵੇਦਨ ਕਹੀਏ ਕਿਸ। ਫਿਰ ਵੀ ਤਾਂ ਉਹਦੇ ਕੋਲ ਹੀ ਜਾਣਾ ਵਾ, ਉਹਦੇ ਹੁਕਮ ਤੋਂ ਬਿਨਾਂ ਜਨਮ ਨਹੀਂ ਹੋਣਾ। ਕਿੰਨਾ ਕੁ ਚਿਰ ਅਸੀਂ ਇੱਥੇ ਪ੍ਰੀਤੀ ਪਾਵਾਂਗੇ। 9ਵੇਂ ਪਾਤਸ਼ਾਹ ਦਾ ਸਲੋਕ ਲੈ ਲੈਣੇ ਆਪਾਂ, ਜਗਤ ਮੇਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਲਾਗੇ ਕਿਆ ਦਾਰਾ ਕਿਆ ਮੀਤ। ਜਿੰਨਾ ਵੀ ਸੰਸਾਰ ਅਸੀਂ ਦੇਖਦੇ ਸੁੱਖਾਂ ਦੇ ਰਿਸ਼ਤੇ ਨੇ ਸਰੀਰ ਕਰਕੇ, ਜੋ ਸਾਨੂੰ ਸੁੱਖ ਵੀ ਮਿਲਦੇ ਆ ਸਰੀਰ ਕਰਕੇ ਹੀ ਮਹਿਸੂਸ ਕਰਦੇ ਹਾਂ। ਆਤਮਿਕ ਸੁੱਖ ਨਹੀਂ ਹੈ ਸਾਡੇ ਕੋਲ। ਆਤਮਿਕ ਸੁੱਖ ਸਾਨੂੰ ਤਾਂ ਪ੍ਰਾਪਤ ਹੋਣਾ ਜਿਸ ਦਿਨ ਆਤਮਾ ਨੇ ਪ੍ਰਾਤਮਾ 'ਚ ਲੈ ਆਉਣਾ। ਪਿੱਛੇ ਵੀ ਵਿਚਾਰ ਆਈ ਸੀ ਵੀ ਤੁਸੀਂ ਪ੍ਰਾਤਮਾ ਬਾਰੇ ਕਾਹਤੇ ਕਹਿੰਦੇ, ਪਰਮਾਤਮਾ ਕਿਉਂ ਨਹੀਂ ਕਹਿੰਦੇ? ਅਸੀਂ ਪਰਮਾਤਮਾ ਨੂੰ ਸੋਚ ਵੀ ਨਹੀਂ ਸਕਦੇ, ਸਾਡੀ ਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ। ਪਹਿਲਾਂ ਸਾਨੂੰ ਸੱਚ ਦਾ ਗਿਆਨ ਹੋਊ ਸਾਡੀ ਆਤਮਾ ਨੂੰ, ਬੁੱਧੀ ਨੂੰ, ਫਿਰ ਉਹ ਪ੍ਰਾਤਮਾ ਅੰਦਰ ਹਰ ਦੇ ਵਿੱਚ ਲੀਨ ਹੋਊਗੀ। ਹਰ ਤੋਂ ਬਾਅਦ ਕਿਤੇ ਹੁਕਮ ਦਾ ਦਰਸ਼ਨ ਹੁੰਦਾ, ਜਿਹਨੂੰ ਨਾਮ ਕਿਹਾ ਬਾਣੀ 'ਚ। ਅਸੀਂ ਤਾਂ ਸਿੱਧਾ ਹੀ ਉਹਦਾ ਦਰਸ਼ਨ ਭਾਲਦੇ ਹਾਂ, ਉਹ ਵੀ ਹੈ ਅੱਖਾਂ ਨਾਲ। ਇਦੋਂ ਵੱਡਾ ਮੂਰਖ ਕੌਣ ਹੋਊ? ਫਿਰ ਇਦੋਂ ਵੱਡਾ ਕੌਣ ਅਗਿਆਨੀ ਹੋਊ? ਉਹੀ ਤਾਂ ਬਾਣੀ ਸਮਝਾ ਰਹੀ ਹੈ ਸਾਨੂੰ, ਜਾਗ ਲੈ ਮਨਾ ਜਾਗਣ ਹਾਰੇ। ਜਾਗਦਾ ਸੀ ਹੁਣੇ ਸੌਂ ਗਿਆ ਆ ਕੇ। ਪਰ ਅੰਤਰਾਤਮਾ ਦੀ ਆਵਾਜ਼ ਸਤਿਗੁਰ, ਉਹਨੂੰ ਬਾਣੀ ਵਿੱਚ ਸੰਤ ਵੀ ਕਿਹਾ ਹੈ, ਧਰਮ ਰਾਜਾ ਵੀ ਉਹਨੇ ਕਿਹਾ ਵਾ। ਇਹ ਸਾਰੇ ਗੁਣ ਉਹਦੇ 'ਚ ਨੇ, ਸਾਡੇ 'ਚ ਗੁਣ ਕੋਈ ਨਹੀਂ ਹੈਗਾ। ਅਸੀਂ ਸਰੀਰ ਕਰਕੇ ਤਾਂ ਪੂਰਨ ਹੋ ਜਾਂਦੇ ਹਾਂ। ਲੋਕ ਸਾਨੂੰ ਮੰਨਣ ਲੱਗ ਜਾਂਦੇ ਆ, ਪਰ ਉਹ ਸਭ ਕਾਲ ਦੇ ਬਸ ਹੈ। ਸਤਿਗੁਰਾਂ ਨੂੰ ਪੁੱਛ ਲੈਂਦੇ ਹਾਂ ਚੌਪਈ ਸਾਹਿਬ ਦੇ ਵਿੱਚ, ਸਗਲ ਕਾਲ ਕਾ ਕੀਆ ਤਮਾਸ਼ਾ। ਤਾਂ ਤਮਾਸ਼ਾ ਹੈ ਕਾਲ ਦਾ, ਕਿਵੇਂ ਬਚਾਂਗੇ ਫਿਰ? ਇੱਥੋਂ ਕੌਣ ਬਚਾਊ ਸਾਨੂੰ? ਗੁਰਬਾਣੀ ਦਾ ਗਿਆਨ, ਸ਼ਬਦ ਦਾ ਗਿਆਨ, ਇਹ ਸਾਨੂੰ ਮੁਕਤੀ ਦਿਵਾਊਗਾ। ਫਿਰ ਕਿਤੇ ਦੇਵ ਲੋਕ ਜਾ ਕੇ ਸਾਡੀ ਭਗਤੀ ਸ਼ੁਰੂ ਹੋਣੀ ਹੈ ਭਾਈ ਨਾਮ ਦੀ। ਅਸੀਂ ਤਾਂ ਇੱਥੇ ਵੀ ਨਾਮ ਲਈ ਜਾਂਦੇ, ਸਾਰਾ ਕੁਛ ਇੱਥੇ ਹੀ ਕਰੀ ਜਾਂਦੇ। ਉਹ ਤਾਂ ਸਾਰੇ ਸਰੀਰ ਕਰਕੇ ਨਹੀਂ, ਤਾਂ ਝੂਠ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਤਾਂ ਝੂਠ ਹੈ ਜਿੰਨਾ ਵੀ ਅਸੀਂ ਬੋਲਦੇ ਹਾਂ ਸਾਰਾ। ਇਹ ਤਾਂ ਜਦੋਂ ਕਾਲ ਆਉਣਾ ਇੱਕ ਵੀ ਨਹੀਂ ਚੱਲਣੀ ਨਾਲ ਸਾਡੇ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਦੋਂ ਸੰਸਾਰ 'ਚ ਤੁਹਾਨੂੰ ਕਿੰਨਾ ਵੀ ਕੋਈ ਮੰਨੀ ਜਾਵੇ, ਜਦੋਂ ਕਾਲ ਆਉਂਦਾ ਇੱਕ ਨਹੀਂ ਚੱਲਦੀ ਹੈਗੀ। ਦੇਖ ਹੀ ਰਹੇ ਹਾਂ ਇੰਨਾ ਕੁ ਦਾ ਗਿਆਨ ਹੁੰਦਾ ਆਪਾਂ ਨੂੰ। ਭਗਤ ਜੀ ਵਾਰ-ਵਾਰ ਸਾਨੂੰ ਸਮਝਾ ਰਹੇ ਨੇ, ਕਬੀਰ ਤਾਂ ਸਿਓ ਪ੍ਰੀਤ ਕਰ ਜਾ ਕੋ ਠਾਕਰ ਰਾਮ।
ਆਓ ਆਪਾਂ ਵੀ ਗੁਰਬਾਣੀ ਨੂੰ ਵਿਚਾਰ ਕੇ ਉਹ ਕੁਦਰਤ ਹੁਕਮ ਨਾਲ ਪ੍ਰੇਮ ਕਰੀਏ। ਜਿਹਨੇ ਸ੍ਰਿਸ਼ਟੀ ਸਾਜੀ ਹੈ, ਜਿਹਨੇ ਸਾਨੂੰ ਸੁੱਖ ਵੀ ਦਿੱਤੇ ਆ ਦੁੱਖ ਵੀ ਦਿੱਤੇ, ਉਹਦੀ ਮਰਜ਼ੀ ਹੈ। ਦੁੱਖ ਸੁੱਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ। ਜੇ ਦੁੱਖ ਸਾਨੂੰ ਆਉਂਦਾ ਹੈ ਤਾਂ ਸਾਡੇ ਭਲੇ ਲਈ ਆਉਂਦਾ, ਅਸੀਂ ਗੁੱਸਾ ਕਰਦੇ ਹਾਂ, ਵਿਰੋਧ ਕਰਦੇ ਹਾਂ। ਉਹੀ ਤਾਂ ਕਾਲ ਹੈ ਫਿਰ ਜਿਹੜਾ ਵਿਰੋਧ ਕਰਨਾ ਵਾ। ਜਿੰਨੇ ਅਸੀਂ ਯਤਨ ਕਰਦੇ ਹਾਂ ਫਿਰ ਉਹ 'ਚ ਕੀ ਨਿਕਲਦਾ? ਯਤਨ ਬਹੁਤ ਸੁੱਖ ਕੇ ਕੀਓ, ਦੁੱਖ ਕੋ ਕੀਓ ਨਾ ਕੋਈ। ਦੁੱਖ ਦਾ ਯਤਨ ਤਾਂ ਕੋਈ ਵੀ ਨਹੀਂ ਕਰਦਾ, ਫਿਰ ਕਾਹਤੇ ਆਉਂਦੇ ਨੇ? ਨੌਵੇਂ ਪਾਤਸ਼ਾਹ ਸਮਝਾਉਂਦੇ ਨੇ। ਨਹੀਂ, ਇਹਨੂੰ ਵਿਚਾਰਨਾ, ਸਮਝਣਾ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਉਹੀ ਸਤਿਗੁਰ ਸਮਝਾਉਂਦੇ ਨੇ, ਕਬੀਰ ਤਾਂ ਸਿਉ ਪ੍ਰੀਤ ਕਰ ਜਾ ਕੋ ਠਾਕਰ ਰਾਮ। ਪੰਡਤ ਰਾਜੇ ਭੂਪਤੀ ਆਵੇ ਕੋਨੇ ਕਾਮ। ਜਿੰਨੇ ਪਿੱਛੇ ਧਰਮ ਚੱਲੇ ਆਉਂਦੇ ਨੇ ਰਿਸ਼ੀ ਮੁਨੀਆਂ ਦੇ, ਦੇਖਦੇ ਹੀ ਆਪਾਂ ਸਾਰੇ ਪੰਡਤ ਭੂਪਤ ਰਾਜੇ। ਭੂਪਤ ਰਾਜੇ ਹੁੰਦੇ ਨੇ ਜ਼ਮੀਨ ਵਾਲੇ, ਇਹ 4 ਦਿੰਦੇ ਨੇ। ਭਗਤ ਕਬੀਰ ਦਾ ਆਪਾਂ ਸਲੋਕ ਲੈ ਲੈਂਦੇ, ਹਰ ਸਮਾਨ ਨਹੀਂ ਕੋ ਰਾਜਾ, ਇਹ ਰਾਜੇ ਭੂਪਤ 4 ਦਿਨ ਕੇ ਝੂਠੇ ਕਰੇ ਦੇ ਬਾਜ। ਇਹ ਤਾਂ ਖੇਲ ਹੈ ਭਾਈ ਉਹਦਾ, ਇਹ ਤਾਂ 4 ਦਿਨ ਦਾ ਖੇਲ ਹੈ। 4 ਦਿਨ ਕੀ ਸਾਹਿਬੀ ਫਿਰ ਹੋਏ ਤਾਤਾ ਰਾਮ, ਫਿਰ ਕੀ ਕਰਾਂਗੇ? ਕਿਉਂ ਨਹੀਂ ਕਰਦੇ? ਕੀ ਕਾਰਨ? ਅਸੀਂ ਆਪਾਂ ਸਤਿਗੁਰਾਂ ਦੇ ਵਚਨ ਲਈਏ। ਪੰਚਮ ਪਾਤਸ਼ਾਹ ਦੇ ਮਹੱਲਾ 5ਵਾਂ, ਸਾਡੀ ਪ੍ਰੀਤੀ ਕਿਵੇਂ ਪਵੇ? ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰੈਣ। ਆਪ ਤਿਆਗ ਸਰਣੀ ਪਵਾਂ, ਮੁਖ ਬੋਲੀ ਮਿੱਠੜੇ ਵੈਣ। ਸਤਿਗੁਰ ਸਮਝਾਉਂਦੇ ਨੇ ਪੰਚਮ ਪਾਤਸ਼ਾਹ, ਸਤਿਗੁਰ ਤੋਂ ਭਾਵ ਸੱਚ ਦਾ ਗਿਆਨ, ਗੁਰ ਸ਼ਬਦ ਦੀ ਕਮਾਈ ਕਰਨੀ। ਅਸੀਂ ਸੁਣਨਾ, ਵਿਚਾਰਨਾ ਔਰ ਕੰਮਕਾਰ 'ਚ ਲੱਗੇ ਰਹਿਣਾ। ਹਰ ਨੂੰ ਆਪਦੇ ਮੂਲ ਨੂੰ ਸਮਝਦੇ ਰਹਿਣਾ। ਇਹ ਹਰ ਕਥਾ ਹੈ ਭਾਈ, ਸਭ ਤੋਂ ਉੱਤਮ ਹਰ ਕੀ ਕਥਾ ਸੁਖਮਨੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ। ਨਾਮ ਸੁਣਤ ਦਰ ਦੁੱਖ ਲੱਦਾ। ਨਾਮ ਨੂੰ ਤਾਂ ਸਮਝਦੇ ਸਮਝਦੇ ਸਾਡਾ ਸਾਰਾ ਕੁਝ ਦੁੱਖ ਲੈ ਜਾਣਾ। ਪਰ ਅਸੀਂ ਗੁਰੂ ਦੇ ਬਚਨਾਂ ਨੂੰ ਸੁਣੀਏ ਤਾਂ ਸਹੀ, ਸੁਣਦੇ ਹੀ ਨਹੀਂ ਤਾਂ ਸੁਣਾਉਣ ਲੱਗ ਗਏ। ਕਿਵੇਂ ਦੁੱਖ ਜਾਊਗਾ ਸਾਡਾ, ਕਿਵੇਂ ਕਾਲ ਛੱਡੂਗਾ? ਕਿਉਂ ਨਹੀਂ ਸੁਣਦੇ ਅਸੀਂ? ਆਪ ਤਿਆਗ ਸਰਣੀ ਪਵਾਂ। ਆਪਾ ਤਿਆਗਣਾ ਪੈਂਦਾ ਭਾਈ, ਨੀਵਾਂ ਹੋਣਾ ਪੈਂਦਾ ਹੈ, ਤਿਆਗ ਕਰਨਾ ਪੈਂਦਾ, ਫਿਰ ਕਾਲ ਛੱਡਦਾ। ਨਹੀਂ, ਕਾਲ ਨਹੀਂ ਛੱਡਦਾ। ਇੱਛਾ ਦਾ ਕਾਲ ਹੈ। ਫਿਰ ਜੇ ਸਾਡੀਆਂ ਇੱਛਾ ਨੇ ਸਭ ਕੁਛ ਆਉਂਦਾ ਹੋਵੇ, ਮੰਗੇ 'ਤੇ ਮਿਲਦਾ, ਕੰਮ ਕਰਨ ਦੀ ਕੀ ਲੋੜ ਹੈ? ਰੋਜ਼ ਗੁਰਬਾਣੀ ਅਸੀਂ ਪੜ੍ਹਦੇ ਹਾਂ, 5 ਬਾਣੀਆਂ ਵੀ ਪੜ੍ਹਦੇ ਹਾਂ, ਬਹੁਤ ਘਾਲ ਕਮਾਈ ਕਰਦੇ ਹਾਂ, ਪਰ ਅਸਰ ਸਾਡੇ 'ਤੇ ਕੋਈ ਨਹੀਂ। ਕਿਉਂ ਨਹੀਂ ਅਸਰ? ਕੀ ਕਾਰਨ? ਅਸੀਂ ਵਿਚਾਰਦੇ ਨਹੀਂ ਹੈਗੇ। ਗੁਰੂ ਤੋਂ ਵੱਡਾ ਬਣਨਾ ਚਾਹੁੰਦੇ ਹਾਂ। ਦੇਖਦੇ ਹੀ ਹੈ ਜਿੰਨੇ ਵੀ ਪ੍ਰਚਾਰ ਕਰ ਰਹੇ ਨੇ ਗੁਰਸਿੱਖ, ਉਹ ਸ਼ਬਦ ਨੂੰ ਵਿਚਾਰਦੇ ਨਹੀਂ ਹੈਗੇ, ਆਪ ਵੱਡਾ ਬਣਨਾ ਚਾਹੁੰਦੇ ਨੇ। ਰੋਜ਼ ਪੜ੍ਹਦੇ ਨੇ, ਜੋ ਤਿਸ ਭਾਵ ਹੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਕੋਈ ਪੈਦਾ ਹੀ ਨਹੀਂ ਹੋਇਆ, ਕੁਦਰਤ ਨੂੰ ਹੁਕਮ ਕਰਦੇ, ਫਿਰ ਵੀ ਅਸੀਂ ਕਰਦੇ ਹਾਂ। ਅਗਿਆਨੀ ਹੈ, ਕਿਉਂਕਿ ਉਹਨਾਂ ਨੂੰ ਸਜ਼ਾ ਦਾ ਜਿਹੜਾ ਹੈਗਾ ਨਾ, ਗਿਆਨ ਨਹੀਂ ਹੈਗਾ। ਆਪ ਸਤਿਗੁਰਾਂ 'ਤੇ ਪੁੱਛਦੇ ਹਾਂ ਆਸਾ ਦੀ ਵਾਰ 'ਚ, ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਕੀ ਸਜ਼ਾ ਮਿਲਦੀ ਹੈ? ਪੜਿਆ ਹੋਵੇ ਗੁਨੇਗਾਰ, ਤਾਂ ਉਮੀ ਸਾਧ ਨਾ ਮਾਰੀਏ। ਸੰਗਤ ਦਾ ਕੀ ਕਸੂਰ ਹੈ? ਸੰਗਤ ਤਾਂ ਗੁਰੂ ਗ੍ਰੰਥ ਸਾਹਿਬ ਦੇ ਭਰੋਸੇ, ਸਤਿਗੁਰਾਂ ਦੇ ਦਸਾਏ ਰਾਹ ਦੇ ਭਰੋਸੇ ਚੱਲ ਕੇ ਆਉਂਦੇ ਨੇ ਦੂਰੋਂ ਦੂਰੋਂ। ਪਰ ਸਮਝਾਉਣ ਵਾਲਿਆਂ ਨੇ ਦੇਖਣਾ ਵੀ ਅਸੀਂ, ਸਾਡੇ ਅੰਦਰ ਜਿਹੜੀਆਂ ਕਮੀਆਂ ਨੇ ਉਹ ਕੱਢਣੀਆਂ ਨੇ। ਪਹਿਲਾਂ ਅਸੀਂ ਆਪ ਜਪੇ ਅਵਰੇ ਨਾਮ ਜਪਾਪੇ, ਫਿਰ ਹੀ ਸਮਝਾਉਣ ਦੀ ਕੋਸ਼ਿਸ਼ ਕਰਨੀ ਸੀ। ਪਹਿਲਾਂ ਅਸੀਂ ਆਪ ਤਾਂ ਸਮਝਿਆ ਨਹੀਂ, ਅਬਰ ਉਪਦੇਸੇ ਆਪ ਨਾ ਕਰੇ। ਪਿਛਲਾ ਸੋਗ ਵੀ ਵਿਚਾਰਿਆ ਸੀ ਆਪਾਂ, ਅੱਗੇ ਆ ਜਾਣਾ ਆਪਾਂ ਨੂੰ। ਕਬੀਰ ਔਰੋਂ ਕੋ ਉਪਦੇਸ ਤੇ ਮੁਖ ਮੇ ਪਰ ਹੈ ਰੀਤ, ਰਾਸ ਬਗਾਨੀ ਰਾਖ ਤੇ ਖਾਇਆ ਕਰ ਕਾ ਖੇਤ। ਲੋਕਾਂ ਦਾ ਜਿਹੜਾ ਹੈਗਾ ਠੇਕਾ ਲੈਂਦੇ ਨੇ, ਪਰ ਆਪਦਾ ਘਰ ਉਹਦਾ ਉਜੜਿਆ ਹੋਇਆ ਵਾ। ਇਹੋ ਜਿਹਾ ਹੀ ਪ੍ਰਚਾਰ ਹੈ। ਇਹ ਤਾਂ ਐਸੀ ਸਿੱਖੀ ਹੈ ਭਾਈ, ਜਿਹੜੇ ਗੁਰੂ ਦੇ ਬਚਨਾਂ 'ਤੇ ਪੱਕੇ ਹੋ ਜਾਂਦੇ। ਕਾਲ ਤਾਂ ਛੂਹ ਨਹੀਂ ਸਕਦਾ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਤਾਂ ਇੰਨੀ ਸ਼ਬਦ 'ਚ ਪਾਵਰ ਹੈ, ਇਹ ਤਾਂ ਜੰਮਣ ਮਰਨ ਹੀ ਕੱਟ ਦਿੰਦਾ ਵਾ। ਪਰ ਜੇ ਅਸੀਂ ਸੁਣੀਏ ਹੀ ਨਾ, ਫਿਰ ਕਿਵੇਂ ਪ੍ਰਾਪਤੀ ਹੋਊਗੀ? ਅੱਗੇ ਸਤਿਗੁਰ ਸਮਝਾਉਂਦੇ ਨੇ, ਜਨਮ ਜਨਮ ਕਾ ਵਿਛੜਿਆ ਹਰ ਮੇਲੋ, ਸੱਜਣ ਸੈਣ ਜੋ ਜੀ ਹਰ ਤੇ ਵਿਛੜੇ, ਸੇ ਸੁੱਖ ਨਾ ਵਸੇ ਪੈਣ। ਹੁਣ ਕਿਵੇਂ ਸਮਝਾਉਣ ਸਤਿਗੁਰ? ਸਤਿਗੁਰਾਂ ਦੇ ਬਚਨ ਪੜ੍ਹ ਕੇ ਸਿਰ ਨੀਵਾਂ ਹੋ ਜਾਂਦਾ, ਉੱਠਦਾ ਹੀ ਨਹੀਂ ਸਿਰ। ਪਤਾ ਨਹੀਂ ਕਿਵੇਂ
ਇਹ ਲੋਕ ਜਿਹੜੇ ਪ੍ਰਚਾਰ ਕਰਦੇ ਨੇ ਗੁਰੂ ਤੋਂ ਵੱਡਾ ਬਣਨਾ ਚਾਹੁੰਦੇ ਨੇ, ਕੀ ਸਮਝ ਲਿਆ ਉਹਨਾਂ ਨੇ? ਇਹ ਤਾਂ ਹੁਣ ਉਹੀ ਜਾਣਦੇ ਨੇ ਭਾਈ ਸਜ਼ਾ ਬਹੁਤ ਭਾਰੀ ਹੈ ਭਾਈ, ਗੁਰੂ ਤੋਂ ਵੱਡਾ ਨਹੀਂ ਬਣਨਾ, ਜੋ ਵੀ ਇੱਧਰ ਨੂੰ ਗਿਆ ਉਹ ਨਰਕਾਂ ਨੂੰ ਹੀ ਜਾਊਗਾ। ਭਗਤ ਰਵਿਦਾਸ ਜੀ ਦਾ ਆਪਾਂ ਸਲੋਕ ਲੈਂਦੇ ਹਾਂ। ਭਗਤ ਜੀ ਕੀ ਸਮਝਾਉਂਦੇ ਨੇ? ਹਰ ਜੋ ਹੀਰਾ ਸਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋ ਜਕ ਜਾਏਂਗੇ ਸੱਚ ਭਾਖੇ ਰਵਿਦਾਸ। ਸਤਿਗੁਰ ਸਮਝਾਉਂਦੇ ਨੇ ਭਗਤ ਜੀ ਨਰਕਾਂ ਨੂੰ ਜਾਣਗੇ ਪੱਕੇ, ਕੋਈ ਨਹੀਂ ਰੋਕ ਸਕਦਾ ਉਹਨਾਂ ਨੂੰ, ਕਿਉਂਕਿ ਹਰ ਤੋਂ ਵੱਡਾ ਬਣਨਾ ਚਾਹੁੰਦੇ ਨੇ, ਹਰ ਨੂੰ ਨਹੀਂ ਸੁਣਨਾ ਚਾਹੁੰਦੇ, ਆਪ ਨਹੀਂ ਕਮਾਈ ਕਰਦੇ, ਦੂਜਿਆਂ ਨੂੰ ਸਮਝਾਉਣਾ ਚਾਹੁੰਦੇ। ਨਹੀਂ ਭਾਈ ਇਹ ਗਲਤੀ ਨਹੀਂ ਕਰਨੀ, ਇਹ ਜਨਮ ਬਾਰ-ਬਾਰ ਨਹੀਂ ਮਿਲਦਾ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈ ਲੈਂਦੇ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਵਾਰੋ ਬਾਰ, ਜੂ ਬਨ ਫਲ ਪਾਕੇ ਭੂਈ ਗਿਰੈ, ਬੋਹਰ ਨਾ ਲਾਗੇ ਡਾਰ। ਕਿਵੇਂ ਸਮਝਾਉਣਾ ਆਪਾਂ ਨੂੰ? ਸਮਝਣਾ ਹੀ ਨਹੀਂ ਚਾਹੁੰਦੇ ਹੈਗੇ। ਸਤਿਗੁਰਾਂ ਦੇ ਤਾਂ ਅਨੇਕਾਂ ਹੀ ਉਪਦੇਸ਼ ਨੇ, ਇਹੀ ਤਾਂ ਜਗਾਉਂਦੀ ਹੈ ਬਾਣੀ। ਇਹ ਸੁੱਤੇ ਪਏ ਹੀ ਪੜ੍ਹੀ ਜਾਂਦੀ ਹਾਂ, ਤਾਂਹੀਓ ਸਾਨੂੰ ਰਸ ਨਹੀਂ ਆਉਂਦਾ। 12ਵਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ ਬਾਣੀ ਨਾਲ। ਚੇਤੀ ਗੋਬਿੰਦ ਰਾਧੀਏ ਹੋਵੇ ਆਨੰਦ ਕਣਾ। ਸਤਿਗੁਰ ਸਮਝਾਉਂਦੇ ਨੇ ਵੀ ਤੁਹਾਨੂੰ ਆਨੰਦ ਨਾ ਆਵੇ, ਮਨ ਤੁਹਾਡਾ ਨਾ ਟਿਕੇ, ਕਦੇ ਵੀ ਨਹੀਂ ਹੋ ਸਕਦਾ। ਪਰ ਅਸੀਂ ਜਾਗੇ ਹੀ ਨਹੀਂ, ਹਾਲੇ ਤਾਂ ਜਾਗੇ ਕਿਉਂ ਨਹੀਂ? ਅਸੀਂ ਗੁਰੂ ਨੂੰ ਉਪਦੇਸ਼ ਕਰਨ ਲੱਗ ਗਏ, ਸੁੱਤੇ ਹੀ ਰਹਿ ਗਏ। ਬਾਣੀ ਜਗਾਉਂਦੀ ਹੈ ਭਾਈ, ਜਾਗਣਾ ਵਾ ਅਸੀਂ। ਇਹ ਆਤਮਾ ਸੁੱਤੀ ਪਈ ਹੈ, ਉੱਠ ਫਰੀਦਾ ਸੁੱਤਿਆ, ਝਾੜੂ ਦੇ ਮਸੀਤ। ਤੂੰ ਸੁੱਤਾ, ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ। ਫਰੀਦ ਜੀ ਤਾਂ ਐਂ ਸਮਝਾ ਰਹੇ ਵੀ ਜੀ ਸੁੱਤਾ ਪਿਆ ਵਾ, ਪਰ ਅਸੀਂ ਤਾਂ ਐਡੇ ਵੱਡੇ ਬਣ ਗਏ ਜਿਵੇਂ ਉਹ ਚੰਦਨ ਕੋਲ ਦੀ ਵਾਂਸ ਨਿਕਲ ਗਏ। ਅਸੀਂ ਤਾਂ ਹਲੇ ਜਾਗੇ ਵੀ ਨਹੀਂ ਹੈਗੇ। ਕੌਣ ਜਾਗੂਗਾ? ਆਪਾਂ ਰਹਿ ਰਾ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਜਿਸੇ ਜਗਾਏ ਪਿਆਏ ਰਸ, ਅਕਥ ਕਥਾ ਤਿਨ ਜਾਨੀ। ਇਹ ਤਾਂ ਉਹੀ ਜਾਗੂਗਾ ਭਾਈ ਫਿਰ ਜਿਹੜੇ ਗੁਰੂ ਦੇ ਵਚਨ ਸੁਣਨਗੇ। ਨਹੀਂ ਸੁੱਤਾ ਪਿਆ ਕੁੰਭਕਰਨ, ਇਹਨੂੰ ਜਗਾਉਣਾ ਵਾ। ਅਸੀਂ ਹੋਰ ਥਾਪੜ ਦਿੰਦੇ ਹਾਂ ਮਾਇਆ ਦੀ ਇੱਛਾ ਦੇ ਕੇ। ਜਿੱਥੇ ਵੀ ਜਾਂਦੇ ਹਾਂ ਧਰਮ ਸਾਨੂੰ ਲੋਭ ਦਿੰਦੇ, ਅਸੀਂ ਹੋਰ ਸੌਂ ਜਾਂਦੇ ਹਾਂ। ਅੱਗ ਦੇ ਰਤਨ 'ਤੇ ਬੈਠੇ ਅਸੀਂ। ਇਹ ਅੱਗ ਦਾ ਰਥ ਹੈ, ਕਲਯੁਗ ਰਥ ਅਗਨ ਕਾ ਕੂੜ ਅਗੇ ਰਤਵਾ। ਸਾਡੇ ਕੂੜ ਦੇ ਰਿਸ਼ਤੇ ਬਣ ਜਾਂਦੇ ਆ ਗਾਹਾਂ। ਮਾਇਆ ਅਗਨ ਇੱਕੋ ਜਿਹੀ, ਕਰਤੇ ਖੇਲ ਰਚਾਇਆ। ਕਰਤੇ ਨੂੰ ਸਮਝਣਾ ਭਾਈ ਜੀ ਨੇ ਇਹ ਖੇਲ ਰਚਾਇਆ, ਸਾਡਾ ਖੇਲ ਨਹੀਂ ਹੈਗਾ ਇਹ। ਸਾਡਾ ਹੈ ਤਾਂ ਫਿਰ ਸਾਡੀ ਕਿਉਂ ਨਹੀਂ ਚੱਲਦੀ ਇੱਥੇ? ਕਿਉਂ ਸਾਨੂੰ ਕਾਲ ਲੈ ਜਾਂਦਾ ਹੈ? ਸਾਨੂੰ ਭਰਮ ਪੈ ਗਿਆ। ਕੌਣ ਵਸਤਾਈ ਤੇਰੇ ਸੰਗ, ਲਪਟ ਰਿਓ ਰਸ ਲੋਭੀ ਪਤੰਗ। ਮਨਾ ਕੋਈ ਕੀ ਲੈ ਕੇ ਆਏ ਆ ਇੱਥੇ? ਇਹ ਸਰੀਰ ਤਾਂ ਉਹਦੀ ਕਿਰਪਾ ਨਾਲ ਮਿਲਿਆ। ਜਿਨ ਤੂੰ ਸਾਜ ਸਵਾਰ ਸੰਗਾਰਿਆ, ਗਰਭ ਅਗਨ ਮੇ ਜਿਹਨੇ ਵਾਰਿਆ। ਕਿਹਨੇ ਤੈਨੂੰ ਵਾਰ ਕੱਢਿਆ ਹੱਥੋਂ? ਬਸ ਉਹਨੂੰ ਹੀ ਭੁੱਲ ਗਿਆ। ਆਓ ਦੁਬਾਰਾ ਅਸੀਂ ਫਿਰ ਸਤਿਗੁਰੂ ਦੀ ਪ੍ਰਾਪਤੀ ਕਰਨੀ ਹੋਈ। ਸਤਿਗੁਰੂ ਸਮਝਾ ਰਹੇ ਨੇ ਜਿਹੜੇ ਹਰ ਤੋਂ ਵਿਛੜਨਗੇ ਉਹ ਕਦੇ ਸੁੱਖ ਨਹੀਂ ਸੌਂ ਸਕਦੇ। ਹਰ ਪਿਰ ਬਿਨ ਚੈਨ ਨਾ ਪਾਈਏ, ਖੋਜ ਡਿਠੇ ਸਭ ਗੈਣ। ਆਪ ਕਮਾਣੇ ਵਿਸੜੀ, ਦੋਸ ਨਾ ਕਾਹੂ ਦੇਣ। ਆਪ ਹੁਦਰਾ ਹੋ ਗਿਆ। ਸਤਿਗੁਰੂ ਸਮਝਾਉਂਦੇ ਨੇ ਭਾਈ, ਆਪ ਸਿਆਣਾ ਬਣ ਗਿਆ, ਦੂਏ ਨੂੰ ਦੋਸ਼ ਦਿੰਦਾ ਹੈ। ਸਾਡੀ ਮਨਬੁੱਧੀ ਦਾ ਵਿਸ਼ਾ ਨਹੀਂ ਬਾਣੀ। ਇਸ ਤਾਂ ਕਿਰਪਾ ਲੈਣੀ, ਇਹਨੂੰ ਸੁਣਨੀ ਹੈ ਪਹਿਲਾਂ, ਫਿਰ ਪੜ੍ਹਨੀ ਹੈ, ਫਿਰ ਵਿਚਾਰਨੀ ਹੈ। ਗੁਰੂ ਵੱਡਾ ਹੁੰਦਾ, ਗੁਰੂ ਨੂੰ ਸੁਣੀਦਾ ਹੁੰਦਾ, ਗੁਰੂ ਨੂੰ ਉਪਦੇਸ਼ ਨਹੀਂ ਕਰੀਦੇ ਹੁੰਦੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਕਰ ਕਿਰਪਾ ਪ੍ਰਭ ਰਾਖ ਲਿਓ, ਹੋਰ ਨਾਹੀ ਕਰਨ ਕਰੇ। ਸਤਿਗੁਰ ਤਾਂ ਸਮਝਾਉਂਦੇ ਨੇ ਵੀ ਉਹਦੇ ਅੱਗੇ ਬੇਨਤੀ ਕਰੋ ਭਾਈ, ਹੋਰ ਤਾਂ ਹੈ ਨਹੀਂ ਕੋਈ। ਇੱਕੋ ਕਹੀਏ ਨਾਨਕਾ, ਦੂਜਾ ਕਾਹੇ ਕੋ, ਇੱਕੋ ਸਿਮਰੀਏ ਨਾਨਕਾ। ਹਰ ਤੁਧ ਬਿਨ ਖਾਕ ਰੋਲਣਾ, ਕਹੀਏ ਕਿੱਥੇ ਬੈਣ। ਫਿਰ 84 ਲੱਖ ਜੂਨੀ ਨੂੰ ਚਲਿਆ ਜਾਊਗਾ। ਕਿਹਨੂੰ ਕਹੋਗੇ ਫਿਰ? ਨਾਨਕ ਕੀ ਬੇਨੰਤੀਆਂ ਹਰ, ਸੁਜਨ ਦੇਖਾਂ ਨੈਣ। ਸਤਿਗੁਰਾ ਜਿਹੜੇ ਤੇਰੇ ਗੁਰਸਿੱਖ ਹੁੰਦੇ ਨੇ, ਸੁਰਜਨ ਨੈਣ ਹੁੰਦੇ ਨੇ, ਦੇਵਤੇ ਸੁਭਾਅ ਵਾਲੇ। ਕਿਵੇਂ ਦੇਵਤੇ ਬਣਦੇ ਨੇ ਉਹ ਗੁਰਸਿੱਖ? ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ ਆਸਾ ਦੀ ਵਾਰ ਦੇ। ਬਲਿਹਾਰੀ ਗੁਰੂ ਆਪਣੇ, ਤਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਇਹ ਐਸਾ ਗੁਰ ਸ਼ਬਦ ਦਾ ਗਿਆਨ ਹੈ, ਸਾਡੇ ਪਾਪ ਧੋ ਕੇ, ਸਾਡੀ ਮਲੀਨਤਾ ਨੂੰ ਸਾਫ਼ ਕਰਕੇ ਦੇਵਤਾ ਬਣਾ ਦਿੰਦਾ ਹੈ।
ਜੇ ਅਸੀਂ ਫਿਰ ਵੀ ਨਾ ਇਸ ਆਪਣਾ ਸੁਭਾਅ ਬਦਲੀਏ, ਮੁਕਤੀ ਲਈਏ, ਐਸਾ ਗਿਆਨ ਨਾ ਲਈਏ ਤਾਂ ਫਿਰ ਅਭਾਗੇ ਹੀ ਹਾਂ ਅਸੀਂ, ਹੋਰ ਕੀ ਹੈ। ਉਹੀ ਭਗਤ ਜੀ ਸਮਝਾ ਕੇ ਰਹੇ ਨੇ, ਉਹਦੇ ਨਾਲ ਪ੍ਰੀਤੀ ਪਾਓ ਭਾਈ ਜਿਹਨੇ ਸੰਸਾਰ ਸਾਜਿਆ ਵਾ। ਅੱਗੇ ਆਪਾਂ ਤੀਜੀ ਪਾਤਸ਼ਾਹੀ ਦਾ ਇੱਕ ਛੋਟਾ ਜਿਹਾ ਸ਼ਬਦ ਲੈ ਲੈਂਦੇ ਹਾਂ, ਮਹਲਾ ਤੀਜਾ। ਉਹ ਵੀ ਇਹੀ ਸਮਝਾ ਰਹੇ ਨੇ ਸਤਿਗੁਰ। ਏਕੋ ਨਿਸ਼ਚਲ ਨਾਮ ਤਨ, ਹੋਰ ਤਨ ਆਵੇ ਜਾਏ, ਇਸ ਤਨ ਕੋ ਤਸਕਰ ਜੋਹੇ ਨਾ ਸਕੀ, ਨਾ ਉਚਕਾ ਲੈ ਜਾਏ। ਸਤਿਗੁਰ ਸਮਝਾਉਂਦੇ ਨੇ ਜਿਹੜੇ ਨਾਮ ਧਨ ਹਰ ਧਨ ਇਕੱਠਾ ਕਰ ਲੈਂਦੇ ਨੇ, ਇਹ ਫਿਰ ਜਾਂਦਾ ਨਹੀਂ ਹੈਗਾ ਸਾਡੇ ਅੰਦਰ। ਇਹਦਾ ਤਾਂ ਗਿਆਨ ਪ੍ਰਕਾਸ਼ ਨਾਲ ਹੀ ਸਾਡਾ ਜੰਮਣ ਮਰਨ ਕੱਟਿਆ ਜਾਂਦਾ। ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਅੰਤਰ ਹੋਈ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਾਹੀ ਵਿਨਾਸ਼। ਪੰਜ ਪਾਤਸ਼ਾਹ ਸਮਝਾ ਰਹੇ ਨੇ ਭਾਈ ਜੀ ਦੇ ਅੰਦਰ ਇਹ ਗਿਆਨ ਪ੍ਰਕਾਸ਼ ਚਾਨਣ ਹੋ ਜਾਂਦਾ, ਉਹ ਤਾਂ ਸੰਸਾਰ 'ਚੋਂ ਮੁਕਤ ਹੋ ਜਾਂਦਾ, ਉਹ ਤਾਂ ਦੇਵਲੋਕ ਪਹੁੰਚ ਜਾਂਦਾ। ਇਹ ਗਿਆਨ ਰੂਪੀ ਚਾਨਣ ਇਹੋ ਜਿਹਾ ਵਾ, ਇਹੀ ਤਾਂ ਪ੍ਰਕਾਸ਼ ਹੈ। ਜਿਹੜਾ ਸੰਸਾਰ ਹੈ ਪ੍ਰਕਾਸ਼ ਹਨੇਰਾ ਹੋ ਜਾਂਦਾ, ਇਹ ਫਿਰ ਐਸਾ ਗਿਆਨ ਹੈ ਮੁੜ ਕੇ ਹਨੇਰਾ ਨਹੀਂ ਹੁੰਦਾ। ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ ਨਾਮ ਦੀ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ। ਇਹੋ ਹਰ ਧਨ ਜੀਏ ਛੇਤੀ ਰਬ ਰਿਹਾ, ਜੀਏ ਨਾਲ ਜਾਏ। ਸਤਿਗੁਰ ਸਮਝਾਉਂਦੇ ਨੇ ਇਹ ਨਾਲ ਸਾਡੇ ਫਿਰ ਜਾਂਦਾ ਵਾ। ਆਪਾਂ ਪਿੱਛੇ ਵਿਚਾਰ ਕੀਤੀ ਸੀ ਇੱਕ ਹਰ ਕੇ ਨਾਮ ਵੇਨ, ਅੱਗੇ ਲਈਏ ਹੋਰ ਅੱਗੇ ਕੀ ਖੋਇਆ ਜਾਂਦਾ। ਇੱਥੇ ਤਾਂ ਚਲੋ ਦੀਂਦਾ ਆਪਾਂ ਨੂੰ ਸੰਪਤ, ਉਹ ਜੀਵ ਨੂੰ ਤਾਂ ਨਹੀਂ ਪਤਾ, ਜਾਣ ਲੱਗੇ ਰੌਲਾ ਪੈਂਦਾ। ਜਦੋਂ ਕਾਲ ਆਉਂਦਾ ਘਬਰਾ ਜਾਂਦਾ ਜੀ, ਕੋਈ ਵੀ ਹੋਵੇ, ਆਪਦੇ ਆਪ ਨੂੰ ਕਿੱਡਾ ਕੋਈ ਮੰਨ ਬੈਠਾ ਹੋਵੇ, ਪਰ ਜਦੋਂ ਕਾਲ ਆਉਂਦਾ ਹੈ ਤਾਂ ਹੁਣ ਉਹੀ ਜਾਣਦਾ ਵਾ। ਕੀ ਲੈਣਾ ਆਪਾਂ ਇਹੋ ਜਿਹੀਆਂ ਗੱਲਾਂ ਵਿਚਾਰਾਂ ਤੋਂ। ਆਪਾਂ ਆਪਣਾ ਜੀਵਨ ਸੰਵਾਰੀਏ ਸਤਿਗੁਰਾਂ ਨਾਲ ਮਿਲ ਕੇ, ਇਹ ਨਾਲ ਹੀ ਜਾਂਦਾ। ਅੱਗੇ ਕੀ ਖੋਇਆ ਜਾਂਦਾ। ਸਭੇ ਬੁੱਧੀ ਜਾਲੀਏ ਰਹੇ ਤੱਤ ਗਿਆਨ। ਇਹ ਤੱਤ ਗਿਆਨ ਜਿਹੜੀ ਆਤਮ ਖੁਰਾਕ ਇਸ ਅਸੀਂ ਲੈਣੀ ਸੀਗੀ, ਉਹਦੇ ਕਰਕੇ ਸਾਨੂੰ ਦੁੱਖ ਔਰ ਕਾਲ ਝੱਲਣਾ ਪੈਂਦਾ। ਨਾਮ ਤਤ ਸਭ ਹੀ ਸਿਰ ਜਾਪੇ, ਬਿਨ ਨਾਮੇ ਦੁੱਖ ਕਾਲ ਸੰਤਾਪੇ। ਸਾਡਾ ਨਹੀਂ ਕਾਲ ਜਦ ਤੱਕ ਆਤਮਾ ਪ੍ਰਾਤਮਾ ਇੱਕ ਨਹੀਂ ਹੁੰਦੀ। ਉਹ ਜਿਹੜੀਆਂ ਬੁੱਧੀਆਂ ਆਤਮਾ ਨੇ ਕਮਾਈ ਕੀਤੀ ਹੁੰਦੀ ਹੈ ਤੱਤ ਗਿਆਨ ਦੀ, ਉਹ ਆਪਦੇ ਹਰਦੁਆਰ ਚਲੇ ਜਾਂਦੇ ਨੇ। ਫਿਰ ਉਹਨਾਂ ਦੀ ਨਾਮ ਦੀ ਭਗਤੀ ਸ਼ੁਰੂ ਹੋ ਜਾਂਦੀ ਆ। ਜਿਨ੍ਹਾਂ ਕੋਈ ਨਹੀਂ ਹੁੰਦਾ ਉਹਨਾਂ ਨੂੰ ਜੰਮਣ ਮਰਨ ਨੂੰ ਪਾਇਆ ਜਾਂਦਾ ਵਾ। ਕਹੋ ਕਬੀਰ ਤਬ ਹੀ ਨਰ ਜਾਗੇ, ਜਬ ਜੰਮ ਕਾ ਡੰਡ ਮੂੜ ਮੇ ਲਾਗੇ। ਜਾਗਦਾ ਫਿਰ ਸਮਾਂ ਨਿਕਲ ਜਾਂਦਾ ਹੈ ਭਾਈ। ਪਹਿਲਾਂ ਹੀ ਜਾਗਣਾ, ਪਹਿਲਾਂ ਹੀ ਆਪਾਂ ਆਪਦੇ ਘਰ ਪਹੁੰਚਣਾ। ਆਪਾਂ ਪਵਨ ਗੁਰੂ ਪਾਣੀ ਪਿਤਾ ਸਲੋਕ ਵਾਲੇ ਬਚਨ ਲੈ ਰਹੇ ਨੇ ਸਤਿਗੁਰਾਂ ਦੇ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ। ਕਿੰਨੇ ਉਹਨਾਂ ਦੇ ਨਾਲ ਹੋਰ ਨਿਕਲ ਜਾਂਦੇ ਨੇ। ਅਸੀਂ ਇਹ ਸਰੀਰ 'ਚ ਰਹਿੰਦਿਆਂ ਪਹਿਲਾਂ ਹੀ ਆਪਦੇ ਘਰ ਪਹੁੰਚਣਾ, ਉਹੀ ਸਤਿਗੁਰ ਸਮਝਾ ਰਹੇ ਨੇ। ਪਰ ਜਦੋਂ ਨਾਲ ਪ੍ਰੀਤੀ ਨਹੀਂ ਪਾਵਾਂਗੇ ਕਰਤੇ ਨਾਲ, ਜਿਹਨੇ ਸ੍ਰਿਸ਼ਟੀ ਸਾਜੀ ਹੈ, ਅਸੀਂ ਤੈਨੂੰ ਆਪਦੀ ਬੰਨੀ ਬੈਠੇ ਹਾਂ, ਕਿੰਨਾ ਕੁ ਚਿਰ ਬੈਠਾਂਗੇ ਇੱਥੇ। ਫਰੀਦਾ ਕੰਧੀ ਉੱਤੇ ਰੁੱਖੜਾ, ਕਿੱਚਰ ਬੰਨੇ ਧੀਰ। ਕਿੰਨਾ ਕੁ ਚਿਰ ਦਰਖਤ ਤੋਂ ਕਿਨਾਰੇ 'ਤੇ ਰਹੂਗਾ। ਇੱਛਾ ਦੀਆਂ ਛੱਲਾਂ ਆਉਂਦੀਆਂ ਨੇ, ਸਾਡਾ ਜੀਵਨ ਹੀ ਨਿਕਲ ਜਾਂਦਾ, ਜਾਨੂੰ ਕਾਲ ਆ ਜਾਂਦਾ। ਫਰੀਦਾ ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਸਰਵਰ ਜਬ ਉਸਲੇ ਤਾਂ ਪੰਥ ਦੇਹਲਾ। ਫਿਰ ਰਸਤਾ ਨਹੀਂ ਪਾਈਏ ਤਾਂ ਇਹ ਹੁੰਦਾ। ਇਹ ਸਮੇਂ ਅਨੁਸਾਰ ਹੀ ਹਰ ਇੱਕ ਚੀਜ਼ ਦਾ ਟਾਈਮ ਬੰਨਿਆ ਕੁਦਰਤ ਨੇ। ਇਹ ਅਸੀਂ ਗੁਰਸ਼ਬਦ ਦੀ ਕਮਾਈ ਕਰਨੀ ਹੈ, ਉਹ ਕੁਦਰਤ ਦੀ ਕਿਰਪਾ ਰਹਿਮਤ ਲੈਣੀ ਹੈ ਜਿਹਨੇ ਸਾਨੂੰ ਸੰਸਾਰ 'ਚ ਭੇਜਿਆ। ਚਿੰਤਾ ਨਹੀਂ ਕਰਨੀ। ਚਿੰਤਾ ਦੇ ਵਿੱਚੋਂ ਕੀ ਹੁੰਦਾ, ਸਾਡਾ ਮਨੋਬਲ ਜਿਹੜਾ ਡਾਊਨ ਹੋ ਜਾਂਦਾ ਹੈ। ਹੋਰ ਚਿੰਤਾ ਕਿਉਂ ਸਾਨੂੰ ਹੁੰਦੀ ਹੈ, ਅਸੀਂ ਸੋਚਦੇ ਰਹਿੰਦੇ। ਸਾਡੇ ਸੋਚਣ ਨਾਲ ਜੇ ਕੰਮ ਹੁੰਦੇ ਹੋਣ ਤਾਂ ਫਿਰ ਤਾਂ ਬਹੁਤ ਸੁਖਾਲਾ ਖੇਲ ਹੈ। ਇਹ ਤਾਂ ਬਹੁਤ ਕਠਿਨ ਖੇਲ ਹੈ। ਕਹੋ ਨਾਨਕ ਇਹ ਖੇਲ ਕਠਿਨ ਹੈ, ਕਿਹਨੂੰ ਗੁਰਮ ਹੋਵੇ ਜਾਣਾ। ਇਹ ਗੁਰੂ ਭਗਤਾਂ ਦਰਸਾਏ ਰਾਹ 'ਤੇ ਆਪਾਂ ਚੱਲਣਾ, ਇਹਨੂੰ ਸਮਝਣਾ, ਫਿਰ ਸਾਨੂੰ ਸੰਸਾਰ 'ਚੋਂ ਛੁਟਕਾਰੇ ਦੀ ਸਮਝ ਆਉਣੀ ਹੈ। ਪਰ ਅਸੀਂ ਤਾਂ ਗੁਰੂ ਨੂੰ ਉਪਦੇਸ਼ ਕਰਨ ਲਈ ਸਮਝ ਸਾਨੂੰ ਕਿਵੇਂ ਆਊਗੀ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ। ਪੂਰੇ ਗੁਰ ਤੇ ਪਾਈਏ, ਮਨਮੁਖ ਪੱਲੇ ਨਾ ਪਾਏ, ਧਨ ਵਪਾਰੀ ਨਾਨਕਾ ਜੇ ਨਾਮ ਧਨ ਖਟਿਆਏ। ਉਹ ਗੁਰਸਿੱਖ ਧਨ ਹੋ ਜਾਂਦੇ ਨੇ। ਇਹ ਪੂਰੇ ਗੁਰ ਦਾ ਉਪਦੇਸ਼ ਆਪਾਂ 24ਵੇਂ ਅਸ਼ਟਪਦੀ ਲੈ ਲਈਏ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਵੇਖ। ਉਹੀ ਉਹਨੂੰ ਨੇੜੇ ਦੇਖ ਲੈਂਦੇ ਨੇ, ਉਹੀ ਉਹਦੇ ਭੈ 'ਚ ਰਹਿੰਦੇ ਨੇ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਪੂਰੇ ਗੁਰ ਦਾ। ਇਹ ਗਿਆਨ ਲੈਣਾ, ਆਪਾਂ ਇਹਦੀ ਕਮਾਈ ਕਰਨੀ ਹੈ। ਉਹ ਆਤਮਾ ਧਨ ਹੋ ਜਾਣਗੀਆਂ, ਜਿਹੜੇ ਨਾਮ ਧਨ ਖੱਟ ਲੈਣਗੇ, ਆਪਦੇ ਘਰ ਪਹੁੰਚ ਜਾਣਗੇ। ਨਹੀਂ ਕਾਲ ਤਾਂ ਸਿਰ 'ਤੇ ਹੈਗਾ। ਆਓ ਭਾਈ ਸਾਰੇ ਨੂੰ ਮਿਲ ਕੇ ਵਿਚਾਰੀਏ ਭਗਤ ਕਬੀਰ ਜੀ ਕੀ ਸਮਝਾਉਣਾ ਚਾਹੁੰਦੇ ਨੇ। ਕਬੀਰ ਤਾਂ ਸਿਉ ਪ੍ਰੀਤ ਕਰ, ਜਾ ਕੋ ਠਾਕਰ ਰਾਮ, ਪੰਡਿਤ ਰਾਜੇ ਭੂਪਤੀ ਆਵੇ ਕੌਣੇ ਕੰਮ। ਕਿਸੇ ਨੇ ਕੰਮ ਨਹੀਂ ਆਉਣਾ ਅੰਤ ਸਮੇਂ ਭਾਈ। ਦਸਵੇਂ ਪਾਤਸ਼ਾਹ ਦੇ ਆਪਾਂ ਜਾਪ ਸਾਹਿਬ ਦੇ ਲੈ, ਨਮੋ ਪ੍ਰੀਤ ਪ੍ਰੀਤੇ, ਨਮੋ ਗੀਤ ਗੀਤੇ।
ਨਮਸਕਾਰ ਕਰਦਾ ਤੇਰੀ ਪ੍ਰੀਤ ਨੂੰ, ਇਹ ਵੱਧਦੀ ਚਲੀ ਜਾਂਦੀ ਹੈ। ਉਹਦੇ ਗੀਤ ਅਸੀਂ ਗਾਉਂਦੇ ਹਾਂ, ਗੁਣ ਗਾਉਂਦੇ ਹਾਂ, ਵੱਧਦੀ ਚਲੇ ਜਾਂਦੇ ਨੇ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸੰਸਾਰ 'ਤੇ ਸਾਡਾ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।